ਵੱਡੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਜੇਕਰ ਘਰ ਵਿੱਚ ਸੁੱਖ ਸ਼ਾਂਤੀ ਹੋਵੇ ਤਾਂ ਇਹ ਸਵਰਗ ਹੈ, ਅਤੇ ਜੇਕਰ ਘਰ ਵਿੱਚ ਕਲੇਸ਼ ਹੈ, ਲੜਾਈ ਝਗੜਾ ਹੋਵੇ ਤਾਂ ਮਨੁੱਖ ਲਈ ਨਰਕ ਬਣ ਜਾਂਦਾ ਹੈ। ਇਸ ਕਹਾਣੀ ਨੂੰ ਅੰਤ ਤੱਕ ਸੁਣਨ ਤੋਂ ਬਾਅਦ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਪਤਾ ਲੱਗੇਗਾ ਜਿਸ ਨਾਲ ਤੁਸੀਂ ਆਪਣੀ ਘਰੇਲੂ ਜ਼ਿੰਦਗੀ ਨੂੰ ਖੁਸ਼ੀ ਅਤੇ ਸ਼ਾਂਤੀ ਨਾਲ ਬਤੀਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਵਿੱਚ ਖੋ ਜਾਓ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇੱਕ ਵਾਰ ਕਿਸੇ ਨੇ ਗੌਤਮ ਬੁੱਧ ਨੂੰ ਪੁੱਛਿਆ ਕਿ ਪਰਿਵਾਰ ਵਿੱਚ ਝਗੜੇ ਕਿਉਂ ਹੁੰਦੇ ਹਨ, ਕਿ ਹਰ ਕੋਈ ਸਹਿਮਤੀ ਅਤੇ ਪਿਆਰ ਨਾਲ ਇਕੱਠੇ ਨਹੀਂ ਰਹਿ ਸਕਦੇ। ਇਸ 'ਤੇ ਬੁੱਧ ਨੇ ਮੁਸਕਰਾਇਆ ਅਤੇ ਕਿਹਾ, ਦੇਖੋ, ਇਹ ਦੁਨੀਆ ਦਾ ਨਾਮ ਹੈ। ਇੱਥੇ ਜੋ ਕੁਝ ਹੁੰਦਾ ਹੈ ਉਹ ਦਿਖਾਈ ਨਹੀਂ ਦਿੰਦਾ, ਜੋ ਨਹੀਂ ਹੁੰਦਾ ਉਹੀ ਦਿਖਾਈ ਦਿੰਦਾ ਹੈ। ਇਸ ਦੁਨੀਆ ਵਿੱਚ ਪਿਆਰ ਦੀਆਂ ਗੱਲਾਂ ਤਾਂ ਬਹੁਤੀਆਂ ਦੇਖਣ ਨੂੰ ਮਿਲਣਗੀਆਂ, ਪਰ ਅਸਲ ਵਿੱਚ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ। ਕਿ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਸ਼ਾਇਦ ਇੱਕ ਪਲ ਲਈ ਤੁਸੀਂ ਸੋਚ ਰਹੇ ਹੋਵੋਗੇ, ਕਿਉਂਕਿ ਪਿਆਰ ਇੱਕ ਅਜਿਹੀ ਚੀਜ਼ ਹੈ ਜੋ ਸ਼ਾਂਤੀ ਦਿੰਦੀ ਹੈ। ਪਰ ਕੀ ਤੁਹਾਡੇ ਆਲੇ ਦੁਆਲੇ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਹੈ? ਉਹਨਾਂ ਅੱਗੇ ਕਿਹਾ, ਮੈਂ ਤੁਹਾਨੂੰ ਇੱਕ ਘਟਨਾ ਬਾਰੇ ਦੱਸਦਾ ਹਾਂ। ਕਾਫੀ ਸਮਾਂ ਪਹਿਲਾਂ ਇੱਕ ਵਿਅਕਤੀ ਦੇ ਪਰਿਵਾਰ ਵਿੱਚ ਕਾਫੀ ਕਲੇਸ਼ ਚੱਲ ਰਿਹਾ ਸੀ। ਉਸ ਆਦਮੀ ਦੀ ਪਤਨੀ ਅਤੇ ਉਸ ਦੀ ਮਾਂ ਆਪਸ ਵਿੱਚ ਅਤੇ ਉਹ ਆਦਮੀ ਇਹਨਾਂ ਦੋਵਾਂ ਦੇ ਝਗੜੇ ਵਿੱਚ ਪਾਗਲ ਹੋ ਰਿਹਾ ਸੀ। ਉਹ ਘਰ ਵਿੱਚ ਸ਼ਾਂਤੀ ਚਾਹੁੰਦਾ ਸੀ, ਇਸ ਲਈ ਉਹਨੇ ਆਪਣੀ ਪਤਨੀ ਨੂੰ ਸਮਝਾਇਆ ਤਾਂ ਪਤਨੀ ਅਤੇ ਉਸ ਦੇ ਵਿੱਚ ਝਗੜੇ ਹੋਣ ਲੱਗੇ। ਫਿਰ ਮਾਂ ਨੂੰ ਸਮਝਾਇਆ ਤਾਂ ਮਾਂ ਨੂੰ ਲੱਗਾ ਕਿ ਮੁੰਡਾ ਹੱਥੋਂ ਨਿਕਲ ਰਿਹਾ ਹੈ। ਮਾਂ ਪੁੱਤ ਵੀ ਝਗੜਾ ਹੋਇਆ। ਪੁੱਤਰ ਘਰ ਵਿੱਚ ਸ਼ਾਂਤੀ ਚਾਹੁੰਦਾ ਸੀ, ਇਸ ਲਈ ਉਸਨੇ ਇਸ ਦਾ ਹੱਲ ਲੱਭਣਾ ਸ਼ੁਰੂ ਕਰ ਦਿੱਤਾ। ਫਿਰ ਕਿਸੇ ਨੇ ਉਸ ਨੂੰ ਕਿਹਾ ਕਿ ਪਹਾੜੀ ਦੀ ਚੋਟੀ 'ਤੇ ਇੱਕ ਗੁਫਾ ਵਿੱਚ ਇੱਕ ਤਾਂਤਰਿਕ ਬਾਬਾ ਰਹਿੰਦਾ ਹੈ ਜੋ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਕਰ ਦੇਵੇਗਾ। ਉਹ ਵਿਅਕਤੀ ਉਸ ਉੱਚੇ ਪਹਾੜ ਦੀ ਚੋਟੀ 'ਤੇ ਪਹੁੰਚ ਗਿਆ। ਉੱਥੇ ਉਸਨੇ ਆਪਣੀ ਪਤਨੀ ਨੂੰ ਦੇਖਿਆ ਜੋ ਹੱਥ ਵਿੱਚ ਕੁਝ ਲੈ ਕੇ ਗੁਫਾ ਵਿੱਚੋਂ ਬਾਹਰ ਆ ਰਹੀ ਸੀ। ਕੁਝ ਦੇਰ ਬਾਅਦ ਉਸਨੇ ਦੇਖਿਆ ਕਿ ਉਸ ਦੀ ਮਾਂ ਵੀ ਗੁਫਾ ਦੇ ਅੰਦਰ ਲੁਕ ਕੇ ਜਾ ਰਹੀ ਸੀ ਅਤੇ ਉਹ ਵੀ ਕੁਝ ਦੇਰ ਬਾਅਦ ਹੱਥ ਵਿੱਚ ਕੁਝ ਲੈ ਕੇ ਬਾਹਰ ਆ ਰਹੀ ਸੀ। ਦੋਹਾਂ ਦੇ ਜਾਣ ਤੋਂ ਬਾਅਦ ਉਹ ਆਦਮੀ ਗੁਫਾ ਦੇ ਅੰਦਰ ਚਲਾ ਗਿਆ। ਉੱਥੇ ਇੱਕ ਤਾਂਤਰਿਕ ਬੈਠਾ ਸੀ। ਉਸਨੇ ਉਸ ਤਾਂਤਰਿਕ ਨੂੰ ਕਿਹਾ, ਬਾਬਾ ਜੀ, ਮੈਂ ਬਹੁਤ ਪਰੇਸ਼ਾਨ ਹਾਂ। ਬਾਬਾ ਅੱਧ ਵਿਚਾਲੇ ਰੋਕ ਕੇ ਬੋਲਿਆ, ਮੈਨੂੰ ਸਭ ਪਤਾ ਹੈ ਕਿ ਤੂੰ ਖੁਸ਼ ਨਹੀਂ, ਅੰਦਰੋਂ ਟੁੱਟਿਆ ਹੋਇਆ ਹੈ। ਤੇਰੇ ਪਰਿਵਾਰ ਵਾਲੇ ਤੇਰੀ ਗੱਲ ਨਹੀਂ ਸੁਣਦੇ, ਤੇਰੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ। ਬਾਕੀ ਸਾਰੇ ਖੁਸ਼ ਹਨ ਕਿ ਸਿਰਫ ਤੇਰੇ ਘਰ ਹੀ ਦੁੱਖ ਹਨ। ਕੀ ਮੈਂ ਸਹੀ ਕਿਹਾ? ਬਾਬੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਵਿਅਕਤੀ ਬਾਬੇ ਦੇ ਪੈਰੀਂ ਪੈ ਗਿਆ ਅਤੇ ਬੋਲਿਆ, ਬਾਬਾ ਜੀ, ਤੁਸੀਂ ਹੀ ਮੇਰੀ ਸਮੱਸਿਆ ਦਾ ਹੱਲ ਕਰ ਸਕਦੇ ਹੋ। ਬਾਬੇ ਨੇ ਕੁਝ ਸਵਾਹ ਚੁੱਕ ਕੇ ਉਸ ਨੂੰ ਦਿੱਤੀ ਅਤੇ ਕਿਹਾ ਕਿ ਇਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਭੋਜਨ ਵਿੱਚ ਮਿਲਾ ਦੇਣਾ ਜਾਂ ਪਾਣੀ ਵਿੱਚ ਘੋਲ ਕੇ ਪਿਲਾ ਦੇਣਾ। ਸਭ ਕੁਝ ਠੀਕ ਹੋ ਜਾਵੇਗਾ, ਸ਼ਾਂਤੀ ਵਾਪਸ ਆ ਜਾਵੇਗੀ, ਮਨ ਕਾਬੂ ਵਿੱਚ ਰਹੇਗਾ। ਉਹ ਵਿਅਕਤੀ ਉੱਥੋਂ ਬਾਬਾ ਜੀ ਦੀ ਜੈ ਕਹਿ ਕੇ ਵਾਪਸ ਜਾਣ ਲੱਗਾ। ਫਿਰ ਬਾਬਾ ਬੋਲਿਆ ਕਿ ਕੁਝ ਪਾਉਣ ਲਈ ਕੁਝ ਕੁਰਬਾਨ ਕਰਨਾ ਪੈਂਦਾ ਹੈ। ਬਾਹਰ ਇੱਕ ਦਾਨ ਬਾਕਸ ਰੱਖਿਆ ਹੋਇਆ ਹੈ। ਜਿੰਨਾ ਜ਼ਿਆਦਾ ਤੁਸੀਂ ਕੁਰਬਾਨੀ ਕਰੋਗੇ ਓਨਾ ਹੀ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਉਹ ਵਿਅਕਤੀ ਬੋਲਿਆ, ਬਾਬਾ ਜੀ, ਮੈਂ ਸਮਝ ਗਿਆ ਹਾਂ। ਉਸ ਵਿਅਕਤੀ ਨੇ ਆਪਣੀ ਜੇਬ ਵਿੱਚ ਰੱਖੇ ਸਾਰੇ ਪੈਸੇ ਬਾਹਰ ਰੱਖੇ, ਦਾਨ ਬਾਕਸ ਵਿੱਚ ਪਾ ਦਿੱਤੇ ਅਤੇ ਸਵਾਹ ਹੱਥ ਵਿੱਚ ਲੈ ਕੇ ਘਰ ਵਾਪਸ ਆ ਗਿਆ। ਅੱਜ ਘਰ ਵਿੱਚ ਹਰ ਕੋਈ ਬਹੁਤ ਖੁਸ਼ ਸੀ। ਉਹ ਇੱਕ ਦੂਜੇ ਵੱਲ ਦੇਖ ਕੇ ਬਹੁਤ ਮੁਸਕਰਾ ਰਹੇ ਸਨ। ਸ਼ਾਮ ਨੂੰ ਨੂੰਹ ਨੇ ਆਪਣੀ ਸੱਸ ਅਤੇ ਆਪਣੇ ਪਤੀ ਲਈ ਖਾਣਾ ਪਰੋਸਿਆ ਅਤੇ ਆਪਣੇ ਸਾਹਮਣੇ ਦੋਵਾਂ ਨੂੰ ਖਵਾਇਆ ਅਤੇ ਬਹੁਤ ਖੁਸ਼ ਹੋਈ ਕਿਉਂਕਿ ਉਸਨੇ ਬਾਬੇ ਤੋਂ ਲਿਆਂਦੀ ਸਵਾਹ ਖਾਣੇ ਵਿੱਚ ਮਿਲਾ ਦਿੱਤੀ ਸੀ। ਮਾਂ ਨੇ ਵੀ ਦੁੱਧ ਗਰਮ ਕਰਕੇ ਆਪਣੇ ਪੁੱਤਰ ਅਤੇ ਨੂੰਹ ਨੂੰ ਦਿੱਤਾ। ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਮਾਂ ਨੇ ਬਾਬੇ ਤੋਂ ਲੈ ਕੇ ਆਏ ਸਵਾਹ ਦੁੱਧ ਵਿੱਚ ਵੀ ਮਿਲਾ ਦਿੱਤੀ ਸੀ। ਬੇਟੇ ਨੇ ਰਾਤ ਨੂੰ ਮਾਂ ਅਤੇ ਪਤਨੀ ਲਈ ਜੂਸ ਬਣਾਇਆ ਅਤੇ ਉਸ ਵਿੱਚ ਸਵਾਹ ਮਿਲਾ ਦਿੱਤੀ। ਦੋਹਾਂ ਨੂੰ ਜੂਸ ਪਿਲਾ ਕੇ ਪੁੱਤਰ ਵੀ ਬਹੁਤ ਖੁਸ਼ ਹੋਇਆ। ਕੁੱਲ ਮਿਲਾ ਕੇ ਅੱਜ ਉਸ ਦਾ ਪਰਿਵਾਰ ਬਹੁਤ ਖੁਸ਼ ਸੀ। ਅਗਲੀ ਸਵੇਰ ਹਰ ਕੋਈ ਆਪਣੇ ਨਤੀਜੇ ਦੀ ਉਡੀਕ ਕਰ ਰਿਹਾ ਸੀ। ਨੂੰਹ ਸਵੇਰੇ ਉੱਠ ਕੇ ਸੱਸ ਕੋਲ ਗਈ ਤੇ ਕਹਿਣ ਲੱਗੀ, ਮੰਮੀ ਜੀ ਉੱਠੋ, ਮੇਰੇ ਲਈ ਖਾਣਾ ਬਣਾਓ। ਸੱਸ ਨੇ ਕਿਹਾ ਕਿ ਮੈਂ ਤੇਰੇ ਲਈ ਖਾਣਾ ਕਿਉਂ ਬਣਾਵਾਂ, ਤੂੰ ਮੇਰੇ ਲਈ ਖਾਣਾ ਬਣਾ। ਦੂਜੇ ਪਾਸੇ ਬੇਟਾ ਵੀ ਉੱਠ ਕੇ ਬੋਲਿਆ, ਮੈਂ ਕੰਮ ਲਈ ਬਾਹਰ ਜਾ ਰਿਹਾ ਹਾਂ, ਮੇਰੇ ਲਈ ਖਾਣਾ ਬਣਾਓ। ਨੂੰਹ ਨੇ ਕਿਹਾ ਕਿ ਮਾਂ ਅੱਜ ਖਾਣਾ ਬਣਾਵੇਗੀ। ਮਾਂ ਨੇ ਕਿਹਾ, ਬੇਟਾ
ਦੇਖੋ ਇਹ ਨੂੰਹ ਕੀ ਕਹਿ ਰਹੀ ਹੈ ਕਿ ਮੈਂ ਖਾਣਾ ਬਣਾਵਾਂ। ਉਸ ਤੋਂ ਬਾਅਦ ਉਹ ਸਭ ਕੁਝ ਵਾਪਰਿਆ ਜੋ ਹਰ ਰੋਜ਼ ਹੁੰਦਾ ਸੀ। ਪੁੱਤਰ ਫੇਰ ਸਿਰ ਫੜ ਕੇ ਘਰੋਂ ਬਾਹਰ ਚਲਾ ਗਿਆ। ਘਰ ਵਿੱਚ ਕਿਹਨੂੰ ਲੜਾਈ ਪਸੰਦ ਹੈ? ਹਮੇਸ਼ਾ ਲਈ ਤਾਂ ਕੋਈ ਝਗੜਾ ਨਹੀਂ ਰਹਿ ਸਕਦਾ। ਪਰਿਵਾਰ ਦੇ ਤਿੰਨੋਂ ਜੀ ਮਹਿਸੂਸ ਕਰਨ ਲੱਗੇ ਸੀ ਕਿ ਇਸ ਘਰ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ, ਪਰ ਫਿਰ ਵੀ ਉਹਨਾਂ ਨੇ ਸੋਚਿਆ ਕਿ ਇਸ ਦਾ ਇਲਾਜ ਕੀਤਾ ਜਾਵੇ। ਕਿਸੇ ਸਿਆਣੇ ਨੇ ਪੁੱਤਰ ਨੂੰ ਕਿਹਾ ਕਿ ਆਪਣੇ ਘਰ ਸ਼ਾਂਤੀ ਹਵਨ ਕਰੋ, ਜਿਸ ਨਾਲ ਘਰ ਵਿੱਚ ਸ਼ਾਂਤੀ ਬਣੀ ਰਹੇਗੀ। ਇਸ ਲਈ ਇਹ ਕੀਤਾ ਗਿਆ ਸੀ। ਘਰਾਂ ਨੂੰ ਸ਼ਾਂਤ ਕਰਨ ਵਾਲਾ ਹਵਨ ਕਰਵਾਇਆ ਗਿਆ। ਉਸ ਤੋਂ ਬਾਅਦ ਘਰ ਵਿੱਚ ਕੁਝ ਸ਼ਾਂਤੀ ਰਹੀ। ਕੁਝ ਦਿਨ ਤਾਂ ਸਭ ਕੁਝ ਠੀਕ ਠੀਕ ਚੱਲਦਾ ਰਿਹਾ, ਪਰ ਫਿਰ ਮਾਮੂਲੀ ਝਗੜੇ ਸ਼ੁਰੂ ਹੋ ਗਏ ਅਤੇ ਇੱਕ ਦਿਨ ਤਾਂ ਵੱਡਾ ਹੰਗਾਮਾ ਹੋ ਗਿਆ। ਉਸ ਵਿਅਕਤੀ ਦਾ ਮਨ ਬਹੁਤ ਉਦਾਸ ਹੋ ਗਿਆ। ਉਹ ਦੁਨੀਆ ਛੱਡਣਾ ਚਾਹੁੰਦਾ ਸੀ। ਉਸ ਦਾ ਮਨ ਆਤਮ ਹੱਤਿਆ ਕਰਨ ਲਈ ਉਤਾਵਲਾ ਹੋ ਰਿਹਾ ਸੀ। ਉਹ ਆਪਣੇ ਆਪ ਨੂੰ ਖਤਮ ਕਰਨ ਲਈ ਘਰੋਂ ਨਿਕਲ ਗਿਆ। ਰਸਤੇ ਵਿੱਚ ਉਸਨੇ ਗੁਰੂ ਦਾ ਆਸ਼ਰਮ ਦੇਖਿਆ ਅਤੇ ਉਹ ਉਸ ਆਸ਼ਰਮ ਵਿੱਚ ਚਲਾ ਗਿਆ। ਉਹ ਗੁਰੂ ਜੀ ਕੋਲ ਪਹੁੰਚਿਆ ਅਤੇ ਆਪਣੀ ਸਾਰੀ ਸਮੱਸਿਆ ਗੁਰੂ ਜੀ ਨੂੰ ਦੱਸੀ। ਗੁਰੂ ਜੀ ਨੇ ਕਿਹਾ, ਇਸ ਵਿੱਚ ਆਤਮ ਹੱਤਿਆ ਵਰਗੀ ਕੋਈ ਗੱਲ ਨਹੀਂ ਹੈ। ਇਹ ਸੰਸਾਰ ਹੈ। ਜੇ ਸੰਸਾਰ ਵਿੱਚ ਹੈ ਤਾਂ ਸੰਸਾਰ ਨੂੰ ਜੀਓ, ਇਸ ਤੋਂ ਭੱਜੋ ਨਾ। ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਆਪਣੀ ਪਤਨੀ ਅਤੇ ਮਾਂ ਨੂੰ ਦੱਸਣਾ, ਸਭ ਠੀਕ ਹੋਵੇਗਾ। ਗੁਰੂ ਜੀ ਨੇ ਉਸ ਵਿਅਕਤੀ ਨੂੰ ਕੁਝ ਦੱਸਿਆ ਅਤੇ ਜਦੋਂ ਉਹ ਵਿਅਕਤੀ ਆਪਣੇ ਘਰ ਗਿਆ ਤਾਂ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਦੂਜੇ ਪਿੰਡ ਦੇ ਬਾਹਰ ਗੁਰੂ ਜੀ ਦਾ ਆਸ਼ਰਮ ਹੈ। ਮੈਂ ਸੁਣਿਆ ਹੈ ਕਿ ਜਿਹੜਾ ਵੀ ਉਸ ਕੋਲ ਜਾਂਦਾ ਹੈ ਉਹ ਉਸ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦੇ ਹੈ ਅਤੇ ਕੁਝ ਵੀ ਨਹੀਂ ਲੈਂਦੇ। ਪਤਨੀ ਨੇ ਕਿਹਾ, ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ? ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਫਿਰ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਦੂਜੇ ਪਿੰਡ ਦੇ ਬਾਹਰ ਇੱਕ ਕਰਾਮਾਤੀ ਗੁਰੂ ਹੈ, ਤੁਸੀਂ ਉਸ ਤੋਂ ਜੋ ਵੀ ਮੰਗੋ ਉਹ ਪੂਰੀ ਹੋ ਜਾਂਦੀ ਹੈ। ਮਾਂ ਨੇ ਕਿਹਾ ਕਿ ਤੂੰ ਮੈਨੂੰ ਕਿਉਂ ਕਹਿ ਰਿਹਾ ਹੈ? ਆਪਣੀ ਇੱਛਾ ਖੁਦ ਪੂਰੀ ਕਰੋ। ਅਗਲੇ ਦਿਨ ਨਿਰਾਸ਼ ਹੋ ਕੇ ਉਹ ਵਿਅਕਤੀ ਗੁਰੂ ਦੇ ਆਸ਼ਰਮ ਪਹੁੰਚ ਗਿਆ। ਉਸਨੇ ਆਪਣੀ ਪਤਨੀ ਨੂੰ ਗੁਰੂ ਦੇ ਆਸ਼ਰਮ ਤੋਂ ਬਾਹਰ ਆਉਂਦੇ ਦੇਖਿਆ। ਕੁਝ ਸਮੇਂ ਬਾਅਦ ਉਸਨੇ ਦੇਖਿਆ ਕਿ ਉਸ ਦੀ ਮਾਂ ਵੀ ਗੁਰੂ ਆਸ਼ਰਮ ਵਿੱਚ ਆ ਗਈ ਸੀ ਅਤੇ ਕੁਝ ਸਮੇਂ ਬਾਅਦ ਉਸ ਦੀ ਮਾਤਾ ਵੀ ਗੁਰੂ ਆਸ਼ਰਮ ਤੋਂ ਬਾਹਰ ਆ ਗਈ। ਪਤਨੀ ਅਤੇ ਮਾਂ ਦੇ ਜਾਣ ਤੋਂ ਬਾਅਦ ਉਹ ਵਿਅਕਤੀ ਆਸ਼ਰਮ ਵਿੱਚ ਦਾਖਲ ਹੋਇਆ ਅਤੇ ਗੁਰੂ ਜੀ ਨੂੰ ਕਿਹਾ, ਗੁਰੂਦੇਵ, ਕੱਲ੍ਹ ਦੋਵੇਂ ਇਨਕਾਰ ਕਰ ਰਹੀਆਂ ਸਨ, ਅੱਜ ਉਹ ਆਪਣੇ ਆਪ ਆ ਗਈਆਂ। ਗੁਰੂ ਜੀ ਨੇ ਕਿਹਾ ਕਿ ਲਾਲਚ ਸਭ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਅਜਿਹਾ ਲਾਲਚ ਜੋ ਕਰਾਮਾਤਾਂ ਨਾਲ ਜੁੜਿਆ ਹੋਇਆ ਹੈ, ਵਿਅਕਤੀ ਇਸ ਦੁਆਰਾ ਖਿੱਚਿਆ ਜਾਂਦਾ ਹੈ। ਹੁਣ ਜਾ ਕੇ ਦੇਖੋ ਕਿ ਤੁਹਾਡੇ ਘਰ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਜੇ ਕੋਈ ਮਾਮੂਲੀ ਝਗੜੇ ਹੁੰਦੇ ਵੀ ਹਨ ਤਾਂ ਕਿਸੇ ਦਾ ਪੱਖ ਨਾ ਲਿਓ। ਉਹ ਆਪਣੇ ਘਰ ਪਹੁੰਚ ਗਿਆ ਅਤੇ ਅਗਲੀ ਸਵੇਰ ਦੀ ਉਡੀਕ ਕਰਨ ਲੱਗਾ। ਅਗਲੀ ਸਵੇਰ ਉਹਨੇ ਦੇਖਿਆ ਕਿ ਉਹਦੀ ਪਤਨੀ ਸਵੇਰੇ ਉੱਠ ਕੇ ਖਾਣਾ ਬਣਾ ਰਹੀ ਸੀ। ਮਾਂ ਉਸ ਦੀ ਖਾਣਾ ਬਣਾਉਣ ਵਿੱਚ ਮਦਦ ਕਰ ਰਹੀ ਸੀ। ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਸਨ। ਉਸ ਵਿਅਕਤੀ ਨੇ ਵੀ ਖਾਣਾ ਖਾ ਲਿਆ। ਇਹ ਸਭ ਦੇਖ ਕੇ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ। ਉਸ ਨੂੰ ਲੱਗਾ ਜਿਵੇਂ ਕੋਈ ਚਮਤਕਾਰ ਹੋ ਗਿਆ ਹੋਵੇ। ਪਤਨੀ ਨੇ ਮਾਂ ਦੇ ਪੈਰ ਦਬਾਏ। ਕੁਝ ਸਮੇਂ ਬਾਅਦ ਮਾਂ ਨੇ ਨੂੰਹ ਨੂੰ ਪੈਰ ਦਬਾਉਣ ਲਈ ਰੋਕ ਦਿੱਤਾ। ਉਸ ਦੇ ਘਰ ਦਾ ਮਾਹੌਲ ਹੀ ਬਦਲ ਗਿਆ। ਸਮਾਂ ਹੌਲੀ-ਹੌਲੀ ਲੰਘਣ ਲੱਗਾ। ਘਰ ਵਿੱਚ ਨਿੱਕੇ-ਮੋਟੇ ਝਗੜੇ ਹੁੰਦੇ ਰਹਿੰਦੇ, ਪਰ ਉਹ ਵੀ ਪਿਆਰ ਨਾਲ ਹੱਲ ਹੋ ਜਾਂਦੇ ਸਨ। ਉਹ ਬੰਦਾ ਉਸ ਦਿਨ ਦੀ ਉਡੀਕ ਕਰਨ ਲੱਗਾ ਜਿਸ ਦਿਨ ਉਸ ਦੇ ਘਰ ਦਾ ਮਾਹੌਲ ਫਿਰ ਪਹਿਲਾਂ ਵਰਗਾ ਹੋ ਜਾਵੇਗਾ, ਪਰ ਉਹ ਦਿਨ ਕਦੇ ਨਹੀਂ ਆਇਆ। 1 ਸਾਲ ਬੀਤ ਗਿਆ। ਇਸ ਦੌਰਾਨ ਪਰਿਵਾਰ 'ਚ ਕਈ ਮੁਸ਼ਕਲਾਂ ਆਈਆਂ, ਪਰ ਪਰਿਵਾਰ ਦੇ ਤਿੰਨੋਂ ਮੈਂਬਰਾਂ ਨੇ ਮਿਲ ਕੇ ਇਸ ਨੂੰ ਸੁਲਝਾ ਲਈਆਂ। ਤਿੰਨੋਂ ਇੱਕ ਦੂਜੇ ਦੇ ਹੌਸਲੇ ਬਣ ਗਏ। 1 ਸਾਲ ਬੀਤ ਗਿਆ ਸੀ ਅਤੇ ਉਹ ਵਿਅਕਤੀ ਉਸ ਗੁਰੂ ਕੋਲ ਪਹੁੰਚਿਆ ਅਤੇ ਕਿਹਾ, ਗੁਰੂਦੇਵ, ਮੈਂ 1 ਸਾਲ ਪਹਿਲਾਂ ਤੁਹਾਡੇ ਕੋਲ ਆਇਆ ਸੀ। ਫਿਰ ਤੁਸੀਂ ਮੇਰੀ ਪਤਨੀ ਅਤੇ ਮਾਂ ਨੂੰ ਕੁਝ ਕਿਹਾ ਸੀ। ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਕਿਹਾ ਸੀ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਦੋਵੇਂ ਮਾਂ ਧੀ ਵਾਂਗ ਰਹਿੰਦੇ ਹਨ। ਉਹ ਝਗੜੇ ਨਹੀਂ ਕਰਦੇ, ਇੱਕ ਦੂਜੇ ਦੀ ਦੇਖਭਾਲ ਕਰਦੇ ਹਨ। ਤੁਸੀਂ ਉਹਨਾਂ ਨੂੰ ਕੀ ਕਿਹਾ ਸੀ? ਗੁਰੂ ਜੀ ਨੇ ਕਿਹਾ, ਦੁਨੀਆ ਦਾ ਨਿਯਮ ਹੈ ਕਿ ਇੱਥੇ ਕੋਈ ਪਿਆਰ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਪਿਆਰ ਦੇ ਨਾਮ 'ਤੇ ਸਭ ਕੁਝ ਕੀਤਾ ਜਾਂਦਾ ਹੈ, ਪਰ ਪਿਆਰ ਨਹੀਂ ਹੁੰਦਾ। ਤੁਸੀਂ 2 ਰਾਜਿਆਂ ਨੂੰ ਇੱਕ ਦੂਜੇ ਨਾਲ ਲੜਦੇ ਵੇਖਦੇ ਹੋ। 2 ਦੇਸ਼ ਆਪਸ ਵਿੱਚ ਲੜਦੇ ਹਨ। 2 ਧਰਮ, 2 ਜਾਤਾਂ ਆਪਸ ਵਿੱਚ ਲੜਦੀਆਂ ਹਨ। 2 ਭਰਾ ਆਪਸ ਵਿੱਚ ਵੀ ਲੜਦੇ ਹਨ ਅਤੇ ਇੱਥੇ ਹਮੇਸ਼ਾ ਅਜਿਹਾ ਹੁੰਦਾ ਆਇਆ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੁੰਦਾ ਰਹੇਗਾ, ਕਿਉਂਕਿ ਇਸ ਦਾ ਕਾਰਨ ਹੈ ਕਿ ਪਰਿਵਾਰ ਵਿੱਚ ਪਿਆਰ ਨਹੀਂ ਹੈ, ਸਗੋਂ ਕਬਜ਼ਾ ਕਰਨ ਦੀ ਪ੍ਰਵਿਰਤੀ ਹੈ। ਅਸੀਂ ਇੱਕ ਦੂਜੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਾਂ। ਅਸੀਂ ਇੱਕ ਦੂਜੇ ਨੂੰ ਜਿੱਤਣਾ ਚਾਹੁੰਦੇ ਹਾਂ। ਅਸੀਂ ਸਾਹਮਣੇ ਵਾਲੇ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੁੰਦੇ
ਅਸੀਂ ਉਸ ਨੂੰ ਆਜ਼ਾਦ ਨਹੀਂ ਛੱਡਣਾ ਚਾਹੁੰਦੇ। ਇੱਕ ਯੁੱਧ ਜੋ ਵਿਸ਼ਵ ਪੱਧਰ ਤੇ ਚੱਲਦਾ ਹੈ, ਦੋ ਰਾਜਿਆਂ ਵਿਚਕਾਰ ਚੱਲਦਾ ਹੈ। ਇੱਕ ਯੁੱਧ ਪਰਿਵਾਰ ਦੇ ਦੋ ਮੈਂਬਰਾਂ ਵਿਚਕਾਰ ਵੀ ਚੱਲਦਾ ਹੈ ਅਤੇ ਇਹੀ ਅਸੀਂ ਬਚਪਨ ਤੋਂ ਸਿੱਖਦੇ ਆ ਰਹੇ ਹਾਂ। ਰਾਜਨੀਤੀ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ। ਉਸ ਵਿਅਕਤੀ ਨੇ ਕਿਹਾ, ਗੁਰੂਦੇਵ, ਮੈਂ ਤੁਹਾਡੀ ਗੱਲ ਸਮਝ ਗਿਆ ਹਾਂ, ਤੁਸੀਂ ਠੀਕ ਕਹਿੰਦੇ ਹੋ, ਪਰ ਤੁਸੀਂ ਮੇਰੀ ਮਾਂ ਅਤੇ ਪਤਨੀ ਨੂੰ ਕੀ ਕਿਹਾ ਕਿ ਉਹ ਠੀਕ ਹੋ ਗਈਆਂ? ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਤੁਹਾਡੀ ਪਤਨੀ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਆਪਣੀ ਸੱਸ ਅਤੇ ਆਪਣੇ ਪਤੀ ਨੂੰ 1 ਸਾਲ ਖੁਸ਼ ਰੱਖ ਕੇ ਉਹਨਾਂ ਦੀ ਸੇਵਾ ਕਰੋ ਤਾਂ ਤੁਹਾਡੀ ਸੱਸ ਅਤੇ ਪਤੀ ਤੁਹਾਡੇ ਵੱਸ ਵਿੱਚ ਆ ਜਾਣਗੇ। ਮੈਂ ਤੁਹਾਡੀ ਮਾਂ ਨੂੰ ਵੀ ਇਹੀ ਗੱਲ ਕਹੀ ਸੀ ਕਿ ਜੇ ਉਹ ਆਪਣੀ ਨੂੰਹ ਅਤੇ ਪੁੱਤਰ ਦਾ ਧਿਆਨ ਰੱਖੇਗੀ ਤਾਂ ਨੂੰਹ ਅਤੇ ਉਸ ਦਾ ਪੁੱਤਰ ਉਸ ਦੇ ਵੱਸ ਵਿੱਚ ਆ ਜਾਣਗੇ। ਉਸ ਵਿਅਕਤੀ ਨੇ ਕਿਹਾ, ਪਰ ਗੁਰੂ ਜੀ, ਉਸ ਗੱਲ ਨੂੰ 1 ਸਾਲ ਹੋ ਗਿਆ ਹੈ, ਭਾਵ ਹੁਣ ਫਿਰ ਉਹ ਉਸੇ ਤਰ੍ਹਾਂ ਲੜਨਗੇ। ਗੁਰੂ ਜੀ ਨੇ ਕਿਹਾ, ਡਰੋ ਨਹੀਂ, ਅਜਿਹਾ ਨਹੀਂ ਹੋਵੇਗਾ। ਇਸ 1 ਸਾਲ 'ਚ ਦੋਵੇਂ ਇੱਕ ਦੂਜੇ ਨੂੰ ਕਾਫੀ ਜਾਣ ਗਏ ਹਨ, ਇੱਕ ਦੂਜੇ ਨੂੰ ਸਮਝ ਗਏ ਹਨ, ਦੋਹਾਂ 'ਚ ਪਿਆਰ ਵਧਿਆ ਹੈ, ਹੜਪਣ ਦਾ ਰੁਝਾਨ ਘਟਿਆ ਹੈ, ਜਾਂ ਇਹ ਹੋ ਸਕਦਾ ਹੈ ਕਿ ਇਹ ਖਤਮ ਹੋ ਗਿਆ ਹੈ। ਉਹਨਾਂ ਨੂੰ ਇੱਕ ਦੂਜੇ 'ਤੇ ਵਿਸ਼ਵਾਸ ਹੈ ਕਿ ਜੇਕਰ ਉਹ ਮਾੜੇ ਸਮੇਂ ਵਿੱਚ ਵੀ ਇੱਕ ਦੂਜੇ ਦਾ ਖਿਆਲ ਰੱਖਣਗੇ ਤਾਂ ਅਜਿਹਾ ਕੁਝ ਨਹੀਂ ਹੋਣ ਵਾਲਾ ਹੈ। ਉਸ ਵਿਅਕਤੀ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਚਲਾ ਗਿਆ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਸਾਡੇ ਸਾਰਿਆਂ ਵਿੱਚ ਇੱਕ ਪ੍ਰਵਿਰਤੀ ਹੈ ਜਿਸ ਨੂੰ ਅਸੀਂ ਪਿਆਰ ਦਾ ਨਾਮ ਦਿੰਦੇ ਹਾਂ। ਅਸਲ ਵਿੱਚ ਇਹ ਜੰਜੀਰਾਂ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਇਸ ਲਈ ਪਰਿਵਾਰ ਵਿੱਚ ਝਗੜੇ ਵੱਧ ਜਾਂਦੇ ਹਨ। ਅਸੀਂ ਨਾ ਤਾਂ ਇੱਕ ਦੂਜੇ ਨੂੰ ਸਮਝਣਾ ਚਾਹੁੰਦੇ ਹਾਂ ਅਤੇ ਨਾ ਹੀ ਜਾਣਨਾ ਚਾਹੁੰਦੇ ਹਾਂ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਹਮਣੇ ਵਾਲਾ ਸਾਨੂੰ ਸਮਝੇ, ਸਾਡੀ ਗੱਲ ਸੁਣੇ। ਇਸ ਦੇ ਉਲਟ ਜੇਕਰ ਅਸੀਂ ਇੱਕ ਦੂਜੇ ਨੂੰ ਸਮਝਣ ਲੱਗ ਪਈਏ, ਇੱਕ ਦੂਜੇ ਦਾ ਖਿਆਲ ਰੱਖਣ ਲੱਗ ਪਈਏ, ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਪਈਏ ਤਾਂ ਸਾਡੇ ਵਿੱਚ ਕਬਜ਼ਾ ਕਰਨ ਦੀ ਪ੍ਰਵਿਰਤੀ ਖਤਮ ਹੋ ਜਾਂਦੀ ਹੈ। ਤਿਆਗ ਅਤੇ ਪਿਆਰ ਦੀ ਪ੍ਰਵਿਰਤੀ ਵਧਣ ਲੱਗਦੀ ਹੈ, ਜਿਸ ਵਿੱਚ ਸ਼ਾਂਤੀ ਹੁੰਦੀ ਹੈ। ਫਿਰ ਉਹ ਪਰਿਵਾਰ ਅਸਲ ਵਿੱਚ ਇੱਕ ਪਰਿਵਾਰ ਹੁੰਦਾ ਹੈ, ਕਿਉਂਕਿ ਕਿਸੇ ਵੀ ਮੁਸੀਬਤ ਵਿੱਚ ਪਰਿਵਾਰ ਨਾਲ ਹੁੰਦਾ ਹੈ, ਇਕੱਠਾ ਹੁੰਦਾ ਹੈ। ਜੋ ਸਮੇਂ 'ਤੇ ਨਾਲ ਹੁੰਦਾ ਹੈ ਉਹ ਪਰਿਵਾਰ ਹੁੰਦਾ ਹੈ, ਅਤੇ ਜੋ ਸਮਾਂ ਆਉਣ 'ਤੇ ਟੁੱਟ ਜਾਂਦਾ ਹੈ ਉਹ ਪਰਿਵਾਰ ਨਹੀਂ, ਸਗੋਂ ਰਾਜਨੀਤੀ ਦਾ ਅਖਾੜਾ ਹੁੰਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਅਜਿਹੀਆਂ ਕਦਰਾਂ ਕੀਮਤਾਂ ਦਿਓ ਕਿ ਉਹ ਪਿਆਰ ਸਿੱਖਣ, ਕਬਜ਼ਾ ਕਰਨ ਦੀ ਪ੍ਰਵਿਰਤੀ ਨਹੀਂ। ਉਹਨਾਂ ਦੇ ਸਾਹਮਣੇ ਆਪਣੇ ਕਰਮਾਂ ਨੂੰ ਦੇਖੋ, ਕਿਉਂਕਿ ਤੁਹਾਡੇ ਕਰਮਾਂ ਤੋਂ ਹੀ ਤੁਹਾਡੇ ਬੱਚੇ ਸਿੱਖਦੇ ਹਨ। ਮਹਾਭਾਰਤ ਵਿੱਚ ਅਰਜੁਨ ਦੇ ਪੁੱਤਰ ਅਭਿਮਨਿਊ ਨੇ ਆਪਣੀ ਮਾਂ ਦੇ ਗਰਭ ਵਿੱਚ ਯੁੱਧ ਕਲਾ ਸਿੱਖੀ ਸੀ। ਸੋ ਇਸ ਤੋਂ ਸਪਸ਼ਟ ਹੈ ਕਿ ਪਰਿਵਾਰਕ ਮਾਹੌਲ ਜੋ ਵੀ ਹੋਵੇ, ਛੋਟੇ ਬੱਚੇ ਉਸ ਅਨੁਸਾਰ ਹੀ ਸਿੱਖਣਗੇ। ਇਸ ਲਈ ਘਰ ਦੇ ਮੈਂਬਰਾਂ ਨੂੰ ਆਪਸੀ ਪਿਆਰ ਬਣਾਈ ਰੱਖਣਾ ਚਾਹੀਦਾ ਹੈ। ਬੱਚਿਆਂ ਦੇ ਸਾਹਮਣੇ ਕੋਈ ਵੀ ਅਜਿਹੀ ਗੱਲ ਨਹੀਂ ਕਹੀ ਜਾਣੀ ਚਾਹੀਦੀ ਜਿਸ ਨਾਲ ਉਹਨਾਂ ਦੇ ਸੁਭਾਅ 'ਤੇ ਬੁਰਾ ਪ੍ਰਭਾਵ ਪੈਂਦਾ ਹੋਵੇ। ਜੇਕਰ ਪਰਿਵਾਰ ਨੂੰ ਮਿਲਾ ਕੇ ਰੱਖਣਾ ਹੈ ਤਾਂ ਆਪਸੀ ਪਿਆਰ ਦੇ ਨਾਲ ਨਾਲ ਇੱਥੇ ਦੱਸੀਆਂ ਗਈਆਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਪਰਿਵਾਰ ਵਿੱਚ ਪਿਆਰ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਰੇ ਮੈਂਬਰ ਹਉਮੈ ਦੀ ਭਾਵਨਾ ਨੂੰ ਤਿਆਗ ਦੇਣ। ਆਪਣੀ ਖੁਸ਼ੀ ਨੂੰ ਮਹੱਤਵ ਨਾ ਦਿੰਦੇ ਹੋਏ ਸਾਰੇ ਮੈਂਬਰਾਂ ਦੀ ਖੁਸ਼ੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਦੂਜੀ ਗੱਲ, ਪਰਿਵਾਰ ਦੇ ਮੈਂਬਰਾਂ 'ਤੇ ਅਧਿਕਾਰ ਦਿਖਾਓ, ਪਰ ਅਧਿਕਾਰ ਪ੍ਰਗਟਾਉਣ ਦਾ ਤਰੀਕਾ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਦੂਜੇ ਮੈਂਬਰ ਸਾਡੇ ਸਾਹਮਣੇ ਡਰੇ ਦਿਖਾਈ ਦੇਣ। ਜੇਕਰ ਲੰਮੇ ਸਮੇਂ ਤੱਕ ਅਜਿਹਾ ਡਰ ਬਣਿਆ ਰਹੇ ਤਾਂ ਹੌਲੀ-ਹੌਲੀ ਆਪਸੀ ਪਿਆਰ ਘਟ ਸਕਦਾ ਹੈ। ਤੀਜੀ ਗੱਲ, ਜੀਵਨ ਸਾਥੀ, ਬੱਚਿਆਂ ਅਤੇ ਘਰ ਦੇ ਹੋਰ ਮੈਂਬਰਾਂ ਲਈ ਵਿਸ਼ਵਾਸ ਅਟੁੱਟ ਹੋਣਾ ਚਾਹੀਦਾ ਹੈ। ਜਿਸ ਰਿਸ਼ਤੇ ਵਿੱਚ ਭਰੋਸਾ ਨਹੀਂ ਹੁੰਦਾ ਉਹ ਜ਼ਿਆਦਾ ਦੇਰ ਨਹੀਂ ਚੱਲਦਾ। ਚੌਥੀ ਗੱਲ ਇਹ ਕਿ ਪਰਿਵਾਰ ਵਿੱਚ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ। ਸਾਰੇ ਮੈਂਬਰਾਂ ਨੂੰ ਕੀ ਸਹੀ ਅਤੇ ਕੀ ਗਲਤ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਅਤੇ ਜੇਕਰ ਕੋਈ ਵਿਚਾਰਾਂ ਦਾ ਮਤਭੇਦ ਹੈ ਤਾਂ ਪਰਿਵਾਰ ਦੇ ਹਿੱਤਾਂ ਨੂੰ ਮਹੱਤਵ ਦੇ ਕੇ ਸਾਰੇ ਮਤਭੇਦ ਸੁਲਝਾ ਲਏ ਜਾਣ। ਆਪਸੀ ਪਿਆਰ ਹੀ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਪਿਆਰ ਨਹੀਂ ਹੈ ਉੱਥੇ ਏਕਤਾ ਅਤੇ ਖੁਸ਼ੀ ਨਹੀਂ ਹੈ। ਦੋਸਤੋ, ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ। ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ।